बिस्मिल्लाहिर्रहमानिर्रहीम अस्सलामु अलैकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको एक बड़े ज़बरदस्त फार्म पे लेके आया हूँ जहाँ पर आपको सादगी, जिद्दत और किसान की लर्निंग का एक हसीन इम्तजाज देखने को मिलेगा और इस वीडियो में आपको सीखने को बहुत कुछ मिलेगा। साल हर साल से मुनाफा बख्श फार्म चलाने वाले तजर्बाकार किसान से हम आपको बहुत सारी कीमती मालूमात लेके देंगे। यकीनन इन मालूमात से आपको भी फ़ायदा होगा और आप अपने फार्म को अगर नुकसान में जा रहा है तो मुनाफे में बदल सकेंगे, और अगर आप नए कारोबार शुरू करने का इरादा रखते हैं तो फिर भी आपको इंतहाई कीमती बातें सीखने को मिलेंगी। तो उम्मीद है आपको वीडियो अच्छी लगेगी। अगर वीडियो अच्छी लगे तो हमारी हौसला अफजाई के लिए इसको लाइक, कमेंट और शेयर ज़रूर कर दीजिए। हो सकता है आपने फार्मिंग ना करनी हो, लेकिन आपके एक शेयर से किसी और किसान का फ़ायदा हो सकता है, तो लिहाजा सिंपली शेयर करने से आपको कोई नुकसान नहीं होगा। और अगर आप आइंदा भी ऐसी मज़ीद मालूमाती वीडियोस फार्मिंग टिप्स चैनल से देखते रहना चाहते हैं तो चैनल को सब्सक्राइब करके बेल आइकन दबा दें ताकि हर नई बनने वाली वीडियो की इत्तला आप तक बर वक्त पहुँच सके। और फेसबुक व्यूअर पेज को लाइक और फॉलो करें ताकि उन्हें बर वक्त नोटिफिकेशन मिल सके। तो चलें आपकी मुलाकात मलिक अंसर से करवाते हैं। अस्सलाम वालेकुम। वालेकुम अस्सलाम। मलिक साहब की हाल है? अल्लाह पाक दा शुक्र अल्हम्दुलिल्लाह। सब तो पहले अपना नाम दस दियो। मलिक अंसर। अंसर साहब, तुसी किन्ने साल तू जानवरों का काम करदे हो पे? तकरीबन 18-20 साल हो गए। ਤੁਹਾਡਾ सर 18-20 साल ਦਾ ਤਜਰਬਾ कैसा रहा है? बहुत अच्छा रहा, शुक्र अल्हम्दुलिल्लाह। ਕੰਮ ਤੋਂ ਮੁਤਮਿਨ ਹੋ? जी मुतमिन। 18-20 साल पहले किन्ने जानवरों ਤੋਂ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਕਿੰਨੇ ਜਾਨਵਰ ਨੇ? तकरीबन उदों पहला ते माहौल ही थोड़ा झटका से 8-10 डंगर तो तकरीबन शुरू किया जी। हूं तकरीबन मेरे 65-70 डंगर। माशाल्लाह 65-70 डंगर ने। मज्जां ने सारियां? जी मज्जां ने, गावां थोड़ियां जिन्हें 2-4 ही रखने। अच्छा, यानी ज्यादा मज्जां ही ने? मज्जां ਤੇ ਸਰ ਤੁਸੀਂ 18-20 ਸਾਲ ਦੇ ਤਜਰਬੇ ਤੋਂ ਕੀ ਸਿੱਖਿਆ ਹੈ? ਇਹ ਕੰਮ ਕਿਹਦਾ ਹੈ? ਕੰਮ ਅੱਛਾ ਹੈ, बेहतरीन, शुक्र है अल्लाह पाक ਦਾ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣਾ ਵੀ ਰਿਜ਼ਕ ਦੇ ਨਾਲ ਬੰਦਿਆਂ ਉਹਨਾਂ ਵੀ ਕਈਆਂ ਘਰਾਂ ਦਾ ਲੱਗਾ ਹੈ, ਸ਼ੁਕਰ ਅਲਹਮਦੁਲਿਲਾ। ਤੇ ਕਿਹੜੇ ਲੋਕ ਤੁਹਾਡੇ ਕੰਮ ਵਿੱਚ ਕਾਮਯਾਬ ਹੁੰਦੇ ਨੇ ਤੇ ਕਿਹੜੇ ਨਾਕਾਮ ਹੁੰਦੇ ਨੇ? ਸਾਡੇ ਕੰਮ 'ਚ ਉਹ ਕਾਮਯਾਬ ਹੁੰਦੇ ਨੇ ਲੋਕ ਜਿਹੜੇ ਮਤਲਬ ਸਟਾਰਟ ਤੋਂ ਕੰਮ ਨੂੰ ਜਾਣਦੇ ਹੁੰਦੇ ਨੇ। ਜਿਹੜੇ ਨਵੇਂ ਬੰਦੇ ਸ਼ੁਰੂ ਕਰਦੇ ਨੇ ਖੀਰ ਤੇ ਜਗ੍ਹਾ ਵੀ ਵੇਚਦੇ ਨਾਲ ਉਹਨਾਂ ਨੂੰ ਪਹਿਲੀ ਵੀ ਵੇਚਣੀ ਪੈ ਜਾਂਦੀ, ਉਹ ਕੰਮ 'ਚ ਨਹੀਂ ਕਾਮਯਾਬ ਹੋ ਸਕਦੇ। ਅੱਛਾ, ਬਾਪ ਦਾਦੇ ਕੀਤਾ ਹੋਵੇ ਤੇ ਕੰਮ ਦਾ ਤਜਰਬਾ ਹੁੰਦਾ, ਨਾ ਕੀਤਾ ਹੋਵੇ ਤਜਰਬਾ ਨਹੀਂ ਹੁੰਦਾ। ਅੱਛਾ, ਯਾਨੀ ਪਹਿਲੇ ਥੋੜਾ ਬਹੁਤਾ ਸਿੱਖ ਲੈਣਾ ਚਾਹੀਦਾ। ਸਿੱਖਿਆ ਹੋਵੇ ਤੇ ਫਿਰ ਕਾਮਯਾਬੀ ਹੋਣੀ ਨਹੀਂ ਕਾਮਯਾਬ। ਜਿਹੜੇ ਨਵੇਂ ਹਵਾਇਸ਼ਮੰਦ ਹੈ ਕੰਮ ਨੂੰ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਟਿਪ ਦਵੋਗੇ ਕਿ ਉਹ ਇਹ ਕੰਮ ਕਰਨ ਤੇ ਕਾਮਯਾਬ ਹੋਣਗੇ? ਉਹ ਪਹਿਲਾਂ ਕਿਸੇ ਕੰਮ ਤੋਂ ਤਜਰਬਾ ਲੈਣ ਫਿਰ ਕੰਮ ਸ਼ੁਰੂ ਕਰਨ ਤਾਂ ਕਾਮਯਾਬ ਹੋਣਗੇ। ਅੱਛਾ ਮਲਕ ਸਾਹਿਬ, ਜਿਹੜੇ ਨਵੇਂ ਭਰਾ ਇਹ ਕੰਮ ਕਰਨਾ ਚਾਹੁੰਦੇ ਨੇ ਜੀ, ਉਹ ਕਿਹੜੀ ਚੀਜ਼ ਨੂੰ ਮੱਦੇਨਜ਼ਰ ਰੱਖਣ ਤੇ ਉਹਨਾਂ ਨੂੰ ਕਾਮਯਾਬੀ ਹੈ ਨਹੀਂ ਤੇ ਨਾਕਾਮੀ ਹੈ? ਕਾਮਯਾਬੀ ਸਭ ਤੋਂ ਪਹਿਲੇ ਤਾਂ ਆਪਣੀ ਜ਼ਮੀਨ ਹੋਣੀ ਜ਼ਰੂਰੀ ਹੈ। ਇਹਨਾਂ ਵਾਸਤੇ ਡੇਰਾ ਹੋਣਾ, ਜ਼ਮੀਨ ਹੋਣੀ ਇਹ ਜ਼ਰੂਰੀ ਹੈ ਜੀ। ਜ਼ਮੀਨ ਨਹੀਂ ਤੇ ਸ਼ਹਿਰਦਾਰ ਚ ਬਣ ਕੇ ਜਿਹੜੇ ਲੋਕ ਪਾਉਂਦੇ ਨੇ ਉਹ ਵੰਡੇ ਤੂੜੀ ਦਾ ਕੰਮ ਕਰਦੇ ਨੇ, ਉਹਨਾਂ ਤੇ ਰੱਖਦੇ ਨੇ। ਉਹਨਾਂ ਕੋਲ ਮਾਲ ਨਹੀਂ ਰੱਖਿਆ ਜਾਂਦਾ, ਜਦੋਂ ਪਛੜਾ ਹੁੰਦਾ ਉਹਨਾਂ ਦਾ ਵੇਚਣਾ ਮਜਬੂਰੀ ਹੋ ਜਾਂਦੀ ਹੈ। ਸਾਡੇ ਆਪਣੀ ਜ਼ਮੀਨ ਹੁੰਦੀ ਹੈ, ਆਪਣੇ ਡੇਰੇ ਨੇ, ਆਪਣੀ ਪੈਲੀ ਵਿੱਚ ਹੁੰਦੇ ਨੇ। ਸਹੀ ਪਛੜਾ ਡੰਗਰ ਨਹੀਂ ਵੇਚਦੇ, ਅਸੀਂ ਰੱਖਨੇ ਆ, ਵੰਨ ਆਉਂਦਾ ਤੇ ਫਿਰ ਉਹ ਆਪਣੀ ਰਕਮ ਪੂਰੀ ਕਰ ਜਾਂਦਾ। ਨਵੇਂ ਬੰਦੇ ਵਾਸਤੇ ਉਸ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਜਿਹਦਾ ਆਪਣਾ ਜ਼ਮੀਨ, ਡੇਰਾ, ਆਪਣਾ ਤਜਰਬਾ ਅੱਗੇ ਹੋਵੇ। ਨਹੀਂ ਤੇ ਉਹ ਕਿਸੇ ਪੁਰਾਣੇ ਬੰਦੇ ਕੋਲ ਬਹਿ ਕੇ ਪਹਿਲਾਂ ਉਹਦਾ ਮਾਲੂਮਾਤ ਲੈ ਤੇ ਫੇਰ ਕਰੇ ਤਜਰਬਾ। ਅੱਛਾ, ਜ਼ਮੀਨ ਵੀ ਆਪਣੀ ਹੋਏ, ਕਿਸੇ ਕੋਲੋਂ ਪਹਿਲੇ ਥੋੜਾ ਬਹੁਤਾ ਸਿੱਖੇ ਫਿਰ ਇਹ ਕੰਮ ਕਰੇ, ਫੇਰ ਇਹ ਕਰੇ, ਉਂਝ ਨਹੀਂ ਕਾਮਯਾਬੀ। ਠੀਕ ਹੈ। ਅਗਰ ਕੋਈ ਬੰਦਾ ਚਾਹੁੰਦਾ ਹੈ ਕਿ ਉਹ ਮੱਝਾਂ ਦਾ ਜਿਹੜਾ ਫਾਰਮ ਹੈ ਉਹਨੂੰ ਅੱਛੇ ਤਰੀਕੇ ਨਾਲ ਚਲਾਏ, ਉਹ ਫਾਰਮ ਦੇ ਅੰਦਰ ਕਿਹੜੀ ਕਿਹੜੀ ਚੀਜ਼ ਹੋਣੀ ਜ਼ਰੂਰੀ ਹੈ ਕਿ ਫਾਰਮ ਅੱਛਾ ਗਿਣਿਆ ਜਾਏਗਾ? ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਖੁੱਲਿਆ ਰਹਿਣਾ ਜ਼ਰੂਰੀ ਹੈ। ਅੱਛਾ, ਸਭ ਤੋਂ ਫਸਟ ਚੀਜ਼ ਇਹਨਾਂ ਦੀ ਇਹ ਹੈ ਕਿ ਖੁੱਲੇ ਰਹਿਣ। ਇਹਨਾਂ ਨੂੰ ਪਾਣੀ ਦੀ ਜ਼ਰੂਰਤ ਜਿਹੜੀ ਹੈ ਉਹ ਵੀ ਇਹਨਾਂ ਦੀ ਖੁੱਲੀ ਹੋਵੇ, ਆਪਣੀ ਮਰਜ਼ੀ ਨਾਲ, ਆਪਣੀ ਤਲਾਅ ਗਰਮੀਆਂ ਵਿੱਚ ਨਹਾਉਣੇ ਵਾਸਤੇ ਹੋਵੇ। ਖੁਰਲੀਆਂ ਹੋਣ, ਪੱਠੇ ਬਾਹਰ ਦਿਲ ਕਰੇ ਖਾਣ, ਅੰਦਰ ਖਾਣੇ, ਇਹਨਾਂ ਵਾਸਤੇ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਜ਼ਾਦੀ ਹੋਣਾ ਜ਼ਰੂਰੀ ਹੈ। ਸਹੀ ਹੈ। ਤੇ ਤੁਸੀਂ ਆਪਣੇ ਜਾਨਵਰ ਸਾਲ ਵਿੱਚ ਕਿੰਨੇ ਮਹੀਨੇ ਖੁੱਲੇ ਛੱਡਦੇ ਹੋ ਤੇ ਕਿੰਨੇ ਮਹੀਨੇ ਉਹਨਾਂ ਨੂੰ ਬੰਨ ਕੇ ਰੱਖਦੇ? ਅਸੀਂ 4 ਮਹੀਨੇ ਜਾਂ 3 ਮਹੀਨੇ ਰੱਸਾ ਪਾਣੇ ਆ ਸਰਦੀਆਂ ਦੇ, ਨਹੀਂ ਤੇ ਅਸੀਂ ਡੰਗਰ ਖੁੱਲੇ ਹੀ ਰੱਖਨੇ ਆ। ਵੰਡੇ ਦੇ ਵੇਲੇ ਰੱਸਾ ਪਾਣੇ, ਵੰਡਾ ਖਵਾਲਣਾ ਤੇ ਡੰਗਰ ਖੋਲ ਹੜਨਾ। ਅੱਛਾ, यानी वंडा खवाल के तुहां रस्सा खोल छड़ना। खोल हड़ना बस। अच्छा, ਇਹਦੇ ਨਾਲ ਕੰਮ ਮੁਸ਼ਕਲ ਨਹੀਂ ਹੋ ਜਾਂਦਾ? ਖੁੱਲੇ ਡੰਗਰਾਂ ਨੂੰ ਸੰਭਾਲਣਾ ਮੁਸ਼ਕਲ ਨਹੀਂ ਹੋ ਜਾਂਦਾ? ਨਹੀਂ, ਉਹ ਤੇ ਬੜੀ ਆਸਾਨੀ ਹੋਈ ਨਾ। ਕੀ ਆਸਾਨੀ ਹੁੰਦੀ ਹੈ? ਉਹਦੇ ਚ ਮੁਲਾਜ਼ਮਾਂ ਦਾ ਵੀ ਕੰਮ ਮੁੱਕ ਜਾਂਦਾ ਹੈ, ਅੱਠੀ ਪੈਰੀ ਫੌੜਾ ਮਾਰ ਲੈਣ। ਅੱਛਾ, ਗੁਜ਼ਾਰਾ ਹੋ ਜਾਂਦਾ ਹੈ। ਅੱਛਾ, ਜਦੋਂ ਡੰਗਰ ਇੱਕ ਚੀਜ਼ ਇੱਕ ਜਗ੍ਹਾ ਦੇ ਉੱਤੇ ਵੱਜਾ, ਉਹਦੀ ਤੇ ਦਿਹਾੜੀ 'ਚ 2 ਵਾਰੀ ਸਫਾਈ ਵੀ ਕਰਨੀ ਪਈ ਨਾ। ਹਾਂਜੀ। ਦੂਸਰੇ ਨੰਬਰ ਤੇ ਖੁੱਲਾ ਹੋਵੇ ਦਾ ਪਾਣੀ ਆਪਣੀ ਮਰਜ਼ੀ ਨਾਲ ਪੀਵੇ ਦਾ। ਠੀਕ ਹੈ।
ਤੀਸਰੇ ਨੰਬਰ ਤੇ ਉਹਦੀ ਪੱਠਿਆਂ ਦੀ ਉਹਨੂੰ ਜ਼ਰੂਰਤ ਹੈ ਤੇ ਫਿਰ ਤੋਂ ਆ ਕੇ ਖਾ ਲੇਦਾ, ਨਹੀਂ ਜ਼ਰੂਰਤ ਬਾਹਰ ਜਾ ਕੇ ਧੁੱਪੇ ਆਪਣੀ ਜਗ੍ਹਾ ਤੇ ਬਵੇ, ਛਾਵੇਂ ਬਵੇ, ਉਹਦੀ ਮਰਜ਼ੀ। ਠੀਕ ਹੈ। ਸਾਡੀ ਬਰਾਮਦੇ ਦੀ ਛਾਂ ਵੀ ਹੈ, ਤਲਾਅ 'ਚ ਪਾਣੀ ਹੁੰਦਾ, ਉੱਥੇ ਜਾ ਕੇ ਨਾ ਦਿਲ ਕਰੇ ਤੇ ਬਹਿ ਰਹਿਣ, ਦਿਲ ਕੇ ਅੰਦਰ ਆ ਕੇ ਬਹਿ ਰਹਿੰਦੀਆਂ। ਅੱਛਾ, ਖੁੱਲਾ ਜਾਨਵਰ ਨੂੰ ਰੱਖਣ ਵਾਸਤੇ ਜੀ ਕਿਆ ਸ਼ੈਡ 'ਚ ਬਹੁਤੀਆਂ ਸਹੂਲੀਅਤਾਂ ਦੇਣੀਆਂ ਪੈਂਦੀਆਂ ਨੇ? ਫਿਰ ਕਿਆ ਸ਼ੈਡ ਮਹਿੰਗਾ ਨਹੀਂ ਬਣਦਾ ਜਾਂ ਸਸਤਾ ਬਣਦਾ? ਇਹ ਸਭ ਤੋਂ ਸਸਤਾ ਕੰਮ, ਇੱਕ ਪੂਰਾ ਜਿਹਾ ਬਰਾਮਦਾ ਸਾਦਾ ਹੋਵੇ, 4 ਦੀਵਾਰੀ ਪੈਪ ਲਾ ਲਓ, ਗਾਰਡਰ ਲਾ ਲਓ, ਪਿੱਲਰ ਲਾ ਲਓ, ਉਹਨਾਂ ਦੀ ਰੁਕਾਵਟ ਕਰ ਲਓ, ਬਾਹਰ ਨਾ ਨਿਕਲਣ। ਠੀਕ ਹੈ। ਤੇ ਅੱਧੀ ਜਗ੍ਹਾ ਪੱਕੀ ਹੋਵੇ, ਅੱਧੀ ਕੱਚੀ ਹੋਵੇ। ਪੱਕੀ ਜਿਹੜੀ ਉਹਦੇ ਫੌੜਾ ਮਾਰ ਲਓ, ਕੱਚੀ ਤੇ 5-7 ਦਿਨ ਟਰੈਕਟਰ ਨਾਲ ਬਾਹਰ ਕੱਢ ੜਗੋਇਆ ਤੇ ਗੁਜ਼ਾਰਾ ਪਿਆ ਹੁੰਦਾ। ਠੀਕ ਹੈ। ਹਾਂ, ਆਇਆ ਕਿ ਤੁਸੀਂ ਸਮਝਦੇ ਹੋ ਕਿ ਫਾਰਮ ਦਾ ਜਿਹੜਾ ਸ਼ੈਡ ਦਾ ਡਿਜ਼ਾਈਨ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਾਨਵਰ ਖੁੱਲੇ ਰਹਿਣੇ ਚਾਹੀਦੇ ਨੇ, ਕਾਰੋਬਾਰ ਦੀ ਕਾਮਯਾਬੀ ਵਿੱਚ ਇਹਦਾ ਬੜਾ ਰੋਲ ਹੈ? ਹਾਂ ਬਿਲਕੁਲ। ਜਿਹੜੀ ਨਾ ਜ਼ਾਦੀ, ਇਹ ਸਭ ਤੋਂ ਵੱਡਾ ਕੰਮ ਹੈ। ਕੋਈ ਵੀ ਚੀਜ਼ ਇਨਸਾਨ ਹੈ, ਜਾਨਵਰ, ਉਹਦੀ ਜ਼ਾਦੀ ਹੋਣਾ ਜ਼ਰੂਰੀ ਹੈ। ਠੀਕ ਹੈ। ਹਾਂ, ਜ਼ਾਦੀ ਹੋਣਾ ਜ਼ਰੂਰੀ ਹੈ। ਤੁਹਾਡੇ ਫਾਰਮ ਦੀਆਂ ਖਾਸ ਗੱਲਾਂ ਦੱਸੋ ਸਾਨੂੰ, ਜਿਹਦੀ ਵਜ੍ਹਾ ਤੋਂ ਤੁਹਾਡਾ ਫਾਰਮ ਮਾਸ਼ਾਅੱਲਾ ਕਾਮਯਾਬ ਜਾ ਰਿਹਾ ਹੈ। ਸਾਡਾ ਸਭ ਤੋਂ ਮੇਨ ਵਜ੍ਹਾ ਹੀ ਜ਼ਾਦੀ। ਠੀਕ ਹੈ। ਦੂਜੀ, ਅਸੀਂ ਖੁਰਾਕ ਇਹਨਾਂ ਨੂੰ ਠੀਕ ਵੰਡਾ ਜ਼ਿਆਦਾ ਪਾਉਂਦੇ ਆ। ਠੀਕ ਹੈ। ਪੱਠਿਆਂ ਨੂੰ ਇੰਨੀ ਨਹੀਂ ਅਸੀਂ ਪਾਉਂਦੇ। ਪੱਠੇ ਸਾਡੇ ਨਾਲੋਂ ਆਮ ਲੋਕਾਂ ਦੇ ਜ਼ਿਆਦਾ ਹੁੰਦੇ ਨੇ, ਅਸੀਂ ਵੰਡਾ ਜ਼ਿਆਦਾ ਪਾਉਂਦੇ ਆ। 6 ਕਿਲੋ 5 ਕਿਲੋ ਵੰਡਾ ਸੀ ਇੱਕ ਡੰਗਰ ਨੂੰ ਪਾਉਂਦੇ। ਤੇ ਵੰਡੇ ਵਿੱਚ ਕੀ ਪਾਉਂਦੇ ਹੋ? ਵੰਡੇ ਵਿੱਚ ਜੇ ਤੇ ਮੌਸਮ ਹੋਵੇ ਸਾਥ ਦੇ ਤੇ ਮਕਈ ਦਾ ਤੇ ਕਣਕ ਦਾ ਆਪਣਾ ਵੀ ਬਣਾ ਲੈਂਦੇ ਆ। ਅੱਛਾ। ਨਾ ਹੋਵੇ ਤੇ ਫਿਰ ਅਸੀਂ ਕਿਸਾਨ ਵੰਡਾ ਮੰਡੀ ਦਾ ਪਾ ਲਈ। ਕਿਸਾਨ ਵੰਡਾ ਮੰਡੀ ਦਾ ਪਾ ਲਈ, ਚੌਕਰ ਤੇ ਵੰਡਾ ਬਸ। ਕਿਸਾਨ ਵੰਡਾ ਮੰਡੀ ਦਾ ਪਾ ਕੇ, ਲੇਬਰ ਦੇ ਹਰਾਜਾਤ ਪਾ ਕੇ, ਤੁਹਾਨੂੰ ਕੀ ਜਾਨਵਰ ਰੋਜ਼ਾਨਾ ਦੁੱਧ ਦੇਣ ਵਾਲਾ ਕਿੰਨੇ ਚ ਪੈ ਜਾਂਦਾ, ਕਿੰਨੇ ਸੋਚ ਪੈ ਜਾਂਦਾ? ਸਾਨੂੰ ਜਾਨਵਰ ਜਿਹੜਾ ਇਹ 6 ਕਿਲੋ ਵੰਡਾ ਖਾਂਦਾ ਦੁੱਧ। ਸਾਡੀ ਮੱਝ ਜਿਹੜੀ ਤਕਰੀਬਨ ਸਾਰੀਆਂ ਮੱਝਾਂ ਦੁੱਧ ਦੇਣਾ, ਯਾਨੀ ਝੋਟੀ ਨੂੰ ਅਸੀਂ ਪਸੰਦ ਘੱਟ ਕਰਨੇ, ਘਰ ਦੀ ਕੋਈ ਰਲੇ ਤੇ ਰਲੇ, ਨਹੀਂ ਬਾਹਰੋਂ ਅਸੀਂ ਝੋਟੀ ਮੱਝ ਨਹੀਂ ਲੈਂਦੇ, ਅਸੀਂ ਦੂਸਰੀ ਤੀਸਰੇ ਸੂਏ ਮੱਝ ਲੈਂਦੇ ਆ। ਠੀਕ ਹੈ। ਸਾਡੀਆਂ ਮੱਝਾਂ ਤਕਰੀਬਨ 17 18 15 16 ਤੋਂ 14 ਤੋਂ ਉੱਤੇ ਸਾਰੀਆਂ ਮੱਝਾਂ ਦੁੱਧ ਦੇਣਾ ਮਾਸ਼ਾਅੱਲਾ। ਜਦੋਂ ਥੋੜੇ ਦੁੱਧ ਵਾਲੀ ਹੁੰਦੀ ਹੈ ਤੇ ਉਹਨੂੰ ਅਸੀਂ ਵੰਡਾ ਵੀ ਕਟਾ ਲੈਂਦੇ ਆ। ਠੀਕ ਹੈ। ਤੇ ਮੁਲਾਜ਼ਮ ਜਿਹੜੇ ਨੇ ਸਾਡੇ ਤਕਰੀਬਨ 15,000 ਰੁਪਇਆ ਪੱਕੀ ਤਨਖਾਹ ਹੈ, ਕੁਝ ਖਰਚੇ ਪਾ ਕੇ 20 ਜਾ ਦਿੰਦੇ ਨੇ। ਠੀਕ ਹੈ। ਤੇ ਕੋਈ ਨਹੀਂ ਏਡੀ ਮੁਸ਼ਕਿਲ, ਅੱਲਾਹ ਪਾਕ ਬੜਾ ਕੁਝ ਇਹਨਾਂ ਚ ਦਿੰਦਾ, ਉਹਨਾਂ ਦੀ ਵੀ ਰੋਜ਼ੀ ਲੱਗੀ, ਸਾਡੀ ਵੀ ਲੱਗੀ। ਜ਼ਬਰਦਸਤ, ਯਾਨੀ ਪ੍ਰੋਫਿਟ ਹੋ ਜਾਂਦਾ ਹੈ। ਪ੍ਰੋਫਿਟ, ਬੜਾ ਪ੍ਰੋਫਿਟ ਹੁੰਦਾ। ਇਹਨਾਂ ਦੇ ਜਾ ਹੀ ਪਾਲ ਜਾਣ ਤੇ 2 ਝੋਟੀਆਂ, ਕਿਸੇ ਨੂੰ 2.5-3 ਲੱਖ ਦੀ ਝੋਟੀ ਹੁੰਦੀ, 2 ਝੋਟੀਆਂ ਵੀ ਜਿਸ ਬੰਦੇ ਮਾੜੇ ਰਲ ਜਾਣ, ਠੀਕ ਹੈ, ਉਹ ਵੀ ਮਤਲਬ 6 ਲੱਖ ਅੰਦਰ ਲੈ ਵੜਦਾ। ਠੀਕ ਹੈ। ਇੱਥੇ 2 ਸਵਾਲ ਨੇ ਇਕੱਠੇ, ਦੋਵੇਂ ਇਕੱਠੇ ਕਰਨਾ ਚਾਹਾਂਗਾ। ਨੰਬਰ 1 ਤੇ ਸਵਾਲ ਹੈ ਕਿ ਝੋਟੀਆਂ ਕਿਉਂ ਰੱਖਦੇ ਹੋ, ਝੋਟੀਆਂ ਕਿਉਂ ਨਹੀਂ ਰੱਖਦੇ, ਤੇ ਤੀਸਰੇ ਸੂਏ ਮੱਝਾਂ ਕਿਉਂ ਰੱਖਦੇ ਹੋ? ਦੂਸਰਾ ਸਵਾਲ ਹੈ ਕਿ ਤੁਸੀਂ ਕਿਹਾ ਕਿ ਮੁਲਾਜ਼ਮਾਂ ਨੂੰ 15,000 ਤਨਖਾਹ ਦੇ ਕੇ ਬੜੇ ਸਕੂਨ ਨਾਲ ਕੰਮ ਚੱਲਦਾ ਪਿਆ। ਅਕਸਰ ਲੋਕਾਂ ਨੂੰ ਪੁੱਛਿਆ ਨਾ, ਤਾਂ ਆਂਦੇ ਨੇ ਸਭ ਤੋਂ ਵੱਡਾ ਮਸਲਾ ਹੀ ਮੁਲਾਜ਼ਮਾਂ ਦਾ ਹੈ, ਤੁਹਾਨੂੰ ਨਹੀਂ ਪੇਸ਼ ਆਉਂਦਾ? ਸਾਨੂੰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਮਸਲਾ ਪੇਸ਼ ਆਉਂਦਾ ਜਿਹੜੇ ਬੰਦੇ ਦੇ ਖਾਣ ਪੀਣ ਦੀ ਗਿਣਦੇ ਨੇ। ਅੱਛਾ। ਬਸ ਦੁੱਧ ਮੇਣ ਕੇ ਦਿੱਤਾ, ਅੱਧਾ ਕਿਲੋ ਦਿੱਤਾ, ਕਿਲੋ ਦਿੱਤਾ, ਚਾਹ ਬਣਾ ਲਓ। ਠੀਕ ਹੈ। ਉਹਨਾਂ ਦੇ ਮੁਲਾਜ਼ਮ ਹਮੇਸ਼ਾ ਹੀ ਜਾਂਦੇ ਨੇ। ਜਾਂ ਰੋਟੀ ਦਾ ਹਿਸਾਬ ਕੀਤਾ ਵਾ ਤੁਸੀਂ, ਸੁਬਹ ਵੀ ਅਸੀਂ ਦਈਏ ਤੁਹਾਨੂੰ, 12 ਵਜੇ ਅਸੀਂ ਦਈਏ, ਸ਼ਾਮ ਨੂੰ ਅਸੀਂ ਦਈਏ। ਠੀਕ ਹੈ। ਸਾਨੂੰ ਇਹ ਸ਼ੁਕਰ ਅਲਹਮਦੁਲਿਲਾ, ਅਸੀਂ ਇਹ ਕਦੀ ਨਹੀਂ ਉਹਨਾਂ ਨਾਲ ਹਿਸਾਬ ਕੀਤਾ। ਨਾ ਉਹ ਮੁਲਾਜ਼ਮ ਬਣ ਕੇ ਕੰਮ ਕਰਦੇ ਨੇ ਤੇ ਨਾ ਅਸਾਂ ਮੁਲਾਜ਼ਮਾਂ ਦੀ ਜਗ੍ਹਾ ਤੇ ਦਬਾ ਕੇ ਰੱਖਿਆ ਹੁੰਦਾ। ਆਮ ਲੋਕਾਂ ਦੀ ਜ਼ੁਬਾਨ ਭੈੜੀ ਹੁੰਦੀ, ਮੁਲਾਜ਼ਮ ਨਾਲ ਮੰਦਾ ਬੋਲਦੇ ਨੇ, ਖੁਦਾ ਨੂੰ ਯਾਦ ਰੱਖਣਾ ਚਾਹੀਦਾ। ਜ਼ਬਰਦਸਤ। ਮੇਰਾ ਇਸ ਚੀਜ਼ ਵੱਲੋਂ ਨਹੀਂ ਵੇਖਣਾ ਚਾਹੀਦਾ ਕਿ ਮੇਰੇ ਤੋਂ ਮੁਲਾਜ਼ਮ ਹੈ। ਠੀਕ ਹੈ। ਹਾਂ, ਇਹ ਖੁਦਾ ਦੀ ਮਿਹਰਬਾਨੀ ਹੈ, ਜਿੱਥੇ ਜਿੱਥੇ ਮਾਲਕ ਰੱਖੇ ਉੱਥੇ। ਯਾਨੀ ਮੁਲਾਜ਼ਮਾਂ ਦਾ ਕੋਈ ਮਸਲਾ ਨਹੀਂ? ਕੋਈ ਮਸਲਾ ਸਾਨੂੰ ਅੱਜ ਦਿਨ ਤੱਕ ਨਹੀਂ ਹੈ। ਕਈਆਂ ਲੋਕਾਂ ਨੇ ਫਾਰਮ ਬਣਾਏ ਨੇ, ਸਵੇਰੇ ਡੇਰੇ ਤੇ ਆਉਂਦੇ ਨੇ ਤੇ ਉਹਨਾਂ ਦੇ ਆਉਂਦੇ ਨੂੰ ਮੁਲਾਜ਼ਮ ਨੱਸੇ ਹੁੰਦੇ ਤੇ ਫਿਰ ਉਹ ਪਏ ਖਲੋ ਕੇ ਵੇਂਦੇ ਨੇ। ਸਾਨੂੰ ਅੱਜ ਦਿਨ ਤੱਕ 20 ਸਾਲਾਂ ਚ ਪ੍ਰੋਬਲਮ ਨਹੀਂ ਹੈ। ਓਹੋ, ਜ਼ਿੰਦਾਬਾਦ। ਬਿਲਕੁਲ। ਅੱਛਾ ਬਾਈ, ਇਹ ਦੱਸੋ ਕਿ ਹੁਣ ਤੁਸੀਂ ਝੋਟੀਆਂ ਕਿਉਂ ਨਹੀਂ ਰੱਖਦੇ? ਅਸੀਂ ਝੋਟੀ ਇਸ ਵਾਸਤੇ ਨਹੀਂ ਰੱਖਦੇ, ਝੋਟੀ ਦੁੱਧ ਜ਼ਿਆਦਾ ਬੱਚੇ ਨੂੰ ਛੱਡ ਕੇ ਪਿੱਛੇ 3-4 ਕਿਲੋ ਚਵਾਉਂਦੀ ਹੈ। ਠੀਕ ਹੈ। ਮੱਝ ਜਿਹੜੀ 7 ਕਿਲੋ 6 ਕਿਲੋ ਟਾਈਮ ਦਾ ਦੁੱਧ ਬੱਚੇ ਨੂੰ ਛੱਡ ਕੇ ਚਵਾਉਂਦੀ ਹੈ। ਠੀਕ ਹੈ। ਹਾਂ, ਕੱਟੀ ਨੂੰ ਦੁੱਧ ਵੀ 2 ਕਿਲੋ 1.5 ਥਣ 2 ਥਣ ਅਗਲੇ ਪਿਲਾ ਲਈ ਤੇ ਫਿਰ ਵੀ ਸਾਡੀਆਂ ਮੱਝਾਂ ਤਕਰੀਬਨ ਜਿੰਨੀਆਂ ਨੇ ਨਾ, ਠੀਕ ਹੈ, ਇਹ ਦੁੱਧ 6-7 ਕਿਲੋ ਸਾਨੂੰ ਟਾਈਮ ਦਾ ਚਵਾਉਂਦੀਆਂ ਨੇ। ਠੀਕ ਹੈ। ਕੱਟੇ ਦੀ ਗੱਲ ਹੋਈ ਹੈ, ਇੱਥੇ ਦੱਸੋ ਕਿ ਕਿੰਨੇ ਮਹੀਨੇ ਉਹਨਾਂ ਨੂੰ ਦੁੱਧ ਪਿਲਾਉਂਦੇ ਹੋ? ਤੁਹਾਡੇ ਕੱਟੇ ਬਚ ਜਾਂਦੇ ਨੇ ਕਿ ਮਰ ਜਾਂਦੇ ਨੇ, ਔਰ ਕਿੰਨੀ ਉਮਰ ਚ ਵੇਚਦੇ ਹੋ? ਪਹਿਲੇ ਤੇ ਅਸੀਂ ਘੱਟ ਹੀ ਰੱਖਦੇ ਹਾਂ। ਠੀਕ ਹੈ। ਹੁਣ ਅਸੀਂ ਰੱਖਦੇ ਹਾਂ ਕੱਟੇ ਦੁੱਧ, ਅਸੀਂ ਅਗਲੇ 2 ਥਣ 1.5 ਥਣ ਤਕਰੀਬਨ ਛੱਡਨੇ ਮਹੀਨਾ 1.5। ਠੀਕ ਹੈ। ਉਸ ਤੋਂ ਬਾਅਦ ਅਸੀਂ ਵੰਡੇ ਤੇ ਬੰਨ ਲੈਨੇ, ਵੰਡਾ ਖਾਣ ਲੱਗ ਪੈਂਦੇ ਨੇ। ਠੀਕ ਹੈ। ਫਿਰ ਕੋਈ 10-20 ਦਿਨ ਪਲਾਈ ਦਾ ਜਦੋਂ ਵੰਡਾ ਰੱਜ ਕੇ ਖਾਣ ਲੱਗ ਪੈਂਦੇ ਨੇ, ਫਿਰ ਅਸੀਂ ਛੱਡ ਦਿੰਦੇ। ਸਾਡੇ ਕੱਟੇ ਵੇਖ ਲਓ, ਤਗੜੇ ਮਾਸ਼ਾਅੱਲਾ, ਤਗੜੇ, ਨਹੀਂ ਮਰਦੇ ਇਨਸ਼ਾਅੱਲਾ ਨਹੀਂ ਮਰਦੇ। ਜ਼ਬਰਦਸਤ। ਇਹ ਮਰਦੇ ਉਦੋਂ ਨੇ ਜਦੋਂ ਲੋਕ ਨੇ ਮਿੱਟੀ ਖਾਂਦੇ ਨੇ ਜਾਂ ਛੋਟੇ ਬੱਚਿਆਂ ਨੂੰ ਪਾਣੀ ਪਿਲਾਉਂਦੇ ਨੇ। ਪਾਣੀ ਨਾ ਪੀਣ, 3-4 ਮਹੀਨੇ ਉੱਤੇ ਜਾਏ ਜਾਨਵਰ ਛੋਟਾ ਤੇ ਫਿਰ ਪਾਣੀ ਪੀਵੇ। ਠੀਕ ਹੈ। ਨਹੀਂ ਤੇ ਜਦੋਂ ਵੰਡਾ ਖਾਏਗਾ ਉਦੋਂ ਪਾਣੀ ਫਿਰ ਤੇ ਪੀਣਾ ਪਏਗਾ? ਨਹੀਂ, ਵੰਡਾ ਵੀ ਤਾਂ 1.5 ਮਹੀਨੇ ਤੋਂ ਟੱਪ ਕੇ ਖਾਂਦਾ ਨਾ। ਠੀਕ ਹੈ। ਮਹੀਨੇ 1.5 ਤੋਂ ਬਾਅਦ ਹੀ ਵੰਡਾ ਵੀ ਤਾਂ ਖਾਂਦਾ ਨਾ, 2 ਮਹੀਨੇ ਦਾ ਹੋ ਕੇ ਵੰਡਾ ਖਾਂਦਾ। ਠੀਕ ਹੈ। ਤੇ ਫਿਰ ਥੋੜਾ ਬਹੁਤਾ ਪਾਣੀ ਪਿਆ ਲਓ ਤੇ ਕੋਈ ਨਹੀਂ ਡਰ ਜੂਗੀ। ਸਹੀ ਹੈ। ਅੱਛਾ, ਇਹ ਦੱਸੋ ਕਿ ਤੋ ਆਪਣੇ ਫਾਰਮ ਦੇ ਬਾਰੇ ਦੱਸਿਓ, ਕੁੱਲ ਕਿੰਨੇ ਰਕਬੇ ਚ ਸ਼ੈੱਡ ਹੈ,
ਕਿੰਨੀ ਜਗ੍ਹਾ ਤੇ ਪੱਕੀ ਜਗ੍ਹਾ, ਕਿੰਨੀ ਖੁੱਲੀ ਜਗ੍ਹਾ, ਕਿੰਨੀਆਂ ਲੰਬੀਆਂ ਖੁੱਡੀਆਂ ਨੇ? 116 ਫੁੱਟ ਇਹ ਬਰਾਮਦ ਹੈ। ਠੀਕ ਹੈ। ਜਿਹਦੇ ਚ 16 ਫੁੱਟ ਜਾਵਾਂ ਵਾਲਾ ਤੇ 100 ਫੁੱਟ ਜਿਹੜਾ ਇਹ ਸਾਡਾ ਮੱਝਾਂ ਦਾ। ਠੀਕ ਹੈ। 55 ਫੁੱਟ ਉਹ ਬਰਾਮਦ ਹੈ। ਠੀਕ ਹੈ। ਇਹਦੇ ਥੱਲੇ ਅਸਾਂ ਫਰਸ਼ ਕੀਤਾ ਹੈ। ਠੀਕ ਹੈ। ਇਹ ਅਸੀਂ ਫੌੜਾ ਮਾਰਨੇ, ਇੱਕ ਮੁੰਡਾ ਤਕਰੀਬਨ ਅੱਧਾ ਘੰਟਾ ਨਹੀਂ ਲਾਉਂਦਾ ਤੇ ਅੰਦਰ ਦੀ ਸਫਾਈ ਕਰ ਦਿੰਦਾ। ਠੀਕ ਹੈ। ਨਾਲ ਅਸਾਂ ਪਾਣੀ ਦਾ ਸਿਸਟਮ ਰੱਖਿਆ, ਇਹ ਜਿਹੜਾ ਗੋਇਆ ਸੀ ਨਾਲ ਹੀ ਸੱਟਨੇ ਆ, ਪਿੱਛੋਂ ਪੈਪ ਦਾ ਪਾਣੀ ਲਾਣੇ, ਰੋਡ ਬਾਹਰ ਨਿਕਲ ਜਾਂਦਾ। ਠੀਕ ਹੈ। ਉਹ ਤਲਾਅ ਟੁੱਟ ਜਾਂਦਾ, ਕੋਈ ਪੈਲੀਆਂ ਟੁੱਟ ਜਾਂਦਾ। ਯਾਨੀ ਤੁਸੀਂ ਗੋਇਆ ਵੀ ਇਸਤੇਮਾਲ ਕਰ ਰਹੇ ਹੋ? ਗੋਇਆ ਵੀ ਇਸਤੇਮਾਲ ਕਰਨੇ। ਠੀਕ ਹੈ। ਤੇ ਬਾਕੀ ਇਹ ਇੱਕ ਨਾਲ ਜਗ੍ਹਾ ਕੱਚੀ ਹੈ ਜਿਹਦੀ ਚਾਰਜਾਰੀ ਅਸਾਂ ਕੀਤੀ ਹੈ। ਠੀਕ ਹੈ। ਇਹਦੇ 15-16 ਦਿਨ ਟਰੈਕਟਰ ਮਗਰ ਕਰਾ ਪਾ ਕੇ ਅੱਛਾ, ਤੇ ਇਕੱਠਾ ਕਰਕੇ ਕੋਈ ਬੈਗ ਪਾ ਕੇ ਤੇ ਕੇ ਬਾਹਰ ਕੱਢ ਹੜੀਦਾ। ਇਹਦੀ ਐਡੀ ਕਦੀ ਮੁਸ਼ਕਲ ਆਈ ਨਹੀਂ। ਠੀਕ ਹੈ। ਹਾਂ, ਬਿਲਕੁਲ ਸਾਫ਼ ਰਹਿੰਦਾ। ਯਾਨੀ ਕਿ ਤੁਹਾਡਾ ਫਾਰਮ ਦਾ ਡਿਜ਼ਾਈਨ ਵੀ ਇਸ ਤਰ੍ਹਾਂ ਦਾ ਕਿ ਆਰਾਮ ਸਕੂਨ ਨਾਲ ਸਾਫ਼ ਵੀ ਹੋ ਜਾਂਦਾ ਔਰ ਗੋਇਆ ਵੀ ਜ਼ਾਇਆ ਨਹੀਂ ਹੁੰਦਾ। ਇਨਸ਼ਾਅੱਲਾ। ਔਰ ਕੰਮ ਦਾ ਜਿਹੜੀ ਲੇਬਰ ਦੀ ਉਹ ਵੀ ਘਟ ਜਾਂਦੀ ਹੈ ਮਜ਼ਦੂਰੀ। ਕੋਈ ਬੜਾ ਹੀ ਕੰਮ ਘੱਟ ਨਹੀਂ ਵੀ ਇੱਕ ਟਾਈਮ ਸ਼ਾਰਟ ਹੋ ਗਿਆ, ਮੁੰਡਿਆਂ ਕੋਲ ਨਹੀਂ ਵੀ ਭੋੜਾ ਲੱਗਾ ਤਾਂ ਵੀ ਗੁਜ਼ਾਰਾ ਹੋ ਸਕਦਾ। ਠੀਕ ਹੋ ਗਿਆ, ਜ਼ਬਰਦਸਤ। ਐਸੀ ਕੋਈ ਗੱਲ ਨਹੀਂ। ਅੱਛਾ ਭਾਈ, ਇਹ ਦੱਸੋ ਕਿ ਤੁਸੀਂ ਇਹ ਮਤਲਬ ਸਾਰੀ ਚੀਜ਼ਾਂ ਬੜੀ ਮੈਨੇਜ ਅੰਦਾਜ਼ ਨਾਲ ਕੀਤੀਆਂ ਨੇ। ਖੁਦਾ ਨਖਾਸਤਾ ਕਦੀ ਜਾਨਵਰ ਬਿਮਾਰ ਹੋਈਏ ਤੇ ਮੈਂ ਹਿਸਾਬ ਲਾਇਆ ਤੁਹਾਡਾ ਪਿੰਡ ਸ਼ਹਿਰ ਤੋਂ ਬੜੀ ਦੂਰ ਹੈ, ਤੇ ਕੀ ਮੈਨੇਜ ਕਰਦੇ ਹੋ? ਡਾਕਟਰ ਦਾ ਮਾਮਲਾ ਕਿਸ ਤਰ੍ਹਾਂ ਮੈਨੇਜ ਕਰਦੇ ਜਾਂ ਖੁਦ ਕਰਦੇ ਹੋ? ਨਹੀਂ, ਅੱਜ ਕੱਲ ਤੇ ਟੈਲੀਫੋਨ ਦਾ ਦੌਰ ਹੈ, ਫੋਨ ਕਰੀਦਾ, ਡਾਕਟਰ ਵੀ ਆ ਜਾਂਦਾ। ਅੱਛਾ। ਜ਼ਿਆਦਾ ਨਹੀਂ, ਅਸੀਂ ਆਪੂ ਵੀ ਦੇਸੀ ਨੁਸਖਾ ਵੀ ਲਾ ਲੈਨੇ। ਅੱਛਾ, ਖੁਦ ਮੈਂ ਲਾ ਲੈਣਾ। ਕੋਈ ਖਾਸ ਚੀਜ਼ਾਂ ਦੱਸੋ ਜਿਹੜੀਆਂ ਤੁਸੀਂ ਖੁਦ ਕਰਦੇ ਹੋ, ਜਿਹੜੀਆਂ ਤੁਹਾਨੂੰ ਅਥੈਂਟਿਕ ਲੱਗੀਆਂ ਨੇ ਔਰ ਉਹਦਾ ਰਿਜ਼ਲਟ ਮਿਲਿਆ? ਜ਼ਿਆਦਾ ਡੰਗਰ ਨੂੰ ਹੁੰਦਾ ਜ਼ਹਿਰ ਦਾ ਹੀ ਨੁਕਸ ਹੁੰਦਾ। ਠੀਕ ਹੈ। ਅਸੀਂ 8 ਦਿਨਾਂ ਚ ਇੱਕ ਦਿਨ ਲਾਲ ਮਿਰਚ ਤੇ ਹਲਦੀ, ਠੀਕ ਹੈ, ਤੇ ਘਿਓ ਰਿੰਨ ਕੇ, ਇਹ ਅਸੀਂ ਮਤਲਬ ਪਹਿਲਾਂ ਮਿਰਚਾਂ ਨੂੰ ਰਿੰਨ ਲੈਣਾ, ਫਿਰ ਉਹਦੇ ਵਿੱਚ ਘਿਓ ਪਾ ਲੈਣਾ। ਠੀਕ ਹੈ। ਇਹ ਅਸੀਂ 2 ਨਾਲਾਂ ਫੀ ਡੰਗਰ ਨੂੰ ਲੈ ਰਹੇ ਨੂੰ ਅਸੀਂ ਦਿੰਨੇ ਆ। ਠੀਕ ਹੈ। 8 ਦਿਨਾਂ ਵਿੱਚ ਇੱਕ ਵਾਰੀ ਜ਼ਰੂਰ ਦੇਈਦਾ। ਠੀਕ ਹੈ। ਤਕਰੀਬਨ 100% ਤੇ ਕਦੀ ਅੱਲਾਹ ਪਾਕ ਦਾ ਏਡਾ ਕਰਮ ਹੈ, ਕਦੀ ਨੁਕਸ ਹੀ ਨਹੀਂ ਹੋਇਆ। ਠੀਕ ਹੈ। ਤੇ ਜੇ ਕੋਈ ਥਣ ਛਣ ਦਾ ਮਾਮਲਾ ਹੋਵੇ ਤੇ ਫਿਰ ਡਾਕਟਰ ਨਾਲ ਵੀ ਰਾਬਤਾ ਕਰ ਲੈ। ਠੀਕ ਹੈ। ਉਹਦੇ ਤੇ ਵੀ ਜ਼ਿਆਦਾ ਕੋਸ਼ਿਸ਼ ਕਰਨੇ ਅਸੀਂ ਆਪਣੀ ਬਈ ਡੰਗਰ ਸਾਡੇ ਹੱਥੋਂ ਹੀ ਠੀਕ ਹੋ ਜੇ, ਨਾ ਡਾਕਟਰ ਤੱਕ ਜਾਣਾ। ਅੱਛਾ। ਹਾਂ, ਥਣ ਦਾ ਅਗਰ ਤੁਸੀਂ ਕੋਸ਼ਿਸ਼ ਕੀ ਕਰਦੇ ਹੋ ਕਿ ਕਿਸ ਤਰ੍ਹਾਂ ਡੰਗਰ ਆਪਣੇ ਹੱਥੋਂ ਠੀਕ ਹੋਏ? ਵੇਖੋ, ਜੇ ਇਹਦੀ ਮੂੰਹ ਸੜੀ ਦੀ ਲਾਮਤ ਆਉਂਦੀ ਜ਼ਿਆਦਾ, ਜੀ ਜੀ, ਉਹ ਆਮ ਡਾਕਟਰ ਦੇ ਵਾਸ ਦਾ ਨਹੀਂ ਹੁੰਦਾ। ਉਹਦੇ ਤੇ ਕਾਲੀ ਮਿਰਚ, ਗੰਡਾ, ਘਿਓ ਦੇਸੀ ਇਸਤੇਮਾਲ ਕਰੀਦਾ। ਫਿਰ ਥਣ ਦੇ ਅੱਗੇ ਪੱਟੀ ਸ਼ਾਪਰ ਲੈ ਲਓ ਤੇ ਉਹਦੇ ਤੇ ਮੱਖਣ ਲਾ ਕੇ ਉੱਤੇ ਦੇ ਟੇਪ ਵਾਲ ਲਓ। ਠੀਕ ਹੈ। ਧਾਗਾ ਬੰਨਿਆ, ਥਣ ਪੱਕ ਜਾਂਦਾ ਨਾ। ਠੀਕ ਹੈ। ਤੇ ਟੇਪ ਵਾਲੋ ਉਹ ਨਰਮ ਹੋ ਜਾਂਦਾ, ਉਤੋਂ ਕਾਲੀ ਮਿਰਚ ਤੇ ਘਿਓ ਜਿਹੜਾ ਅੰਦਰੋਂ ਮਤਲਬ ਦੁਸਤ ਕਰਦਾ। ਠੀਕ ਹੈ। 2 ਦਿਨ ਕਰੀਏ ਤੇ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਕਰਮ ਨਾਲ ਮੂੰਹ ਸੜੀ ਵੀ ਠੀਕ ਹੋ ਜਾਂਦੀ। ਇਹਦਾ ਕਾਲੀ ਮਿਰਚ ਘਿਓ ਦੱਸਿਆ, ਥਣ ਦੇ ਉੱਤੇ ਬੰਨਣਾ ਜਾਂ ਉਹਨਾਂ ਨੂੰ ਖਿਲਾਣਾ? ਨਹੀਂ, ਉਹ ਖਿਲਾਣਾ। ਮੱਖਣ ਜਿਹੜਾ ਉਹ ਸੁੰਬ ਦੇ ਅੱਗੇ ਲਾਣਾ। ਸਿਰਫ ਮੱਖਣ ਸੁੰਬ ਤੇ ਅੱਗੇ ਲਾ ਕੇ ਟੇਪ ਲਾ ਦੇਣੀ ਹੈ? ਟੇਪ ਲਾ, ਕਾਲੀ ਮਿਰਚ ਦੇ ਛਾਪਰ ਰੱਖ ਉੱਤੇ ਟੇਪ ਲਾਣੀ। ਛਾਪਰ ਰੱਖ ਕੇ? ਛਾਪਰ ਰੱਖ। ਠੀਕ ਹੈ। ਤੇ ਫਿਰ ਉਹਦਾ ਅਸਰ ਕਿਸ ਤਰ੍ਹਾਂ ਹੁੰਦਾ ਮੱਖਣ ਦਾ? ਮੱਖਣ ਦਾ ਅਸਰ ਤੋਂ ਨੇ ਕੂਲਿਆਂ ਕਰਨਾ, ਉਹਨੇ ਸੁੰਬ ਨੂੰ ਕੂਲਿਆਂ ਕਰਨਾ। ਪਹਿਲੇ ਮੱਖਣ, ਫਿਰ ਛਾਪਰ, ਫਿਰ ਟੇਪ। ਟੇਪ, ਇਹ ਤਿੰਨੇ ਚੀਜ਼ਾਂ ਵੇ ਉੱਤੇ ਰੱਖ ਤੇ ਲਪੇਟ ਦੇਣੀ ਹੈ। ਰੱਸੀ ਬੰਨਿਆ ਜਾਂ ਧਾਗਾ ਬੰਨਿਆ ਤੇ ਥਣ ਖਰਾਬ। ਠੀਕ। ਉਹ ਕਾਲੀਆਂ ਮਿਰਚਾਂ ਤੇ ਘਿਓ ਕਿਸ ਤਰ੍ਹਾਂ ਦੇਣਾ, ਕਿੰਨਾ ਦੇਣਾ? ਉਹਨਾਂ ਨੂੰ ਪਾ ਕੇ ਹੋਵੇ ਤੇ ਸਟਾਕੀ ਮਿਰਚਾਂ। ਠੀਕ ਹੈ। ਤੇ ਵਿੱਚ ਗੰਢੇ ਕਿਲੋ ਪਾ ਲਓ, ਉਹਨੂੰ ਸਹੀ ਤਰ੍ਹਾਂ ਰਿੰਨ ਲਓ। ਠੀਕ ਹੈ। ਰਿੰਨ ਕੇ ਉਹ ਨਾਲ ਨਾ ਦਿਓ। ਠੀਕ ਹੈ। 2 ਦਿਨ ਦੇਈਏ ਤਾਂ ਅੱਲਾਹ ਪਾਕ ਦੇ ਕਰਮ ਨਾਲ ਠੀਕ ਹੋ ਜਾਂਦੀ। ਤੁਹਾਡੇ ਇਸ ਸ਼ੈਡ 'ਚ ਜਿਹੜੀ ਸਭ ਤੋਂ ਬੈਸਟ ਮੱਝ ਹੈ, ਨਾਜ਼ਰੀਨ ਨੂੰ ਉਹ ਵਹਾਓ ਤੇ ਉਹਦੀਆਂ ਖੂਬੀਆਂ ਦੱਸੋ। ਸਾਡੀ ਇਹ ਵੀ ਹੁਣ ਤੇ ਸੂਬੇ ਚਲੋ ਥੋੜੀ ਜਿਹੀ ਲੇਟ ਹੋਈ। ਤਕਰੀਬਨ ਸਾਡੀਆਂ ਮੱਝਾਂ ਇੱਕ ਮਿਆਰ ਦੀਆਂ ਨੇ। ਇੱਕ ਮਿਆਰ ਦੀਆਂ ਨੇ, ਜ਼ਬਰਦਸਤ ਮਿਆਰ ਦੀਆਂ ਨੇ, ਦੁੱਧ ਅੱਛਾ ਦੇਣ ਵਾਲੀਆਂ। ਇਹ ਜਿਹੜੀ ਮੱਝ ਇਹਨੇ ਇਹ ਹਫਤਾ ਕੱਢ ਕੇ ਫਿਰ ਸੋਣਾ, ਮਾਸ਼ਾਅੱਲਾ, ਜ਼ਬਰਦਸਤ ਜੀ। ਚਾਰੋਂ ਥਣ ਬਰਾਬਰ ਫਾਸਲੇ ਤੇ ਨੇ ਔਰ ਫਿਰ ਅਗਰ ਐਂਚੀ ਟੇਪ ਨਾਲ ਵੀ ਮਿਣਿਆ ਜਾਏ ਤੇ ਨਜ਼ਰ ਇਹੋ ਹੀ ਕਹਿੰਦੀ ਹੈ ਕਿ ਬਰਾਬਰ ਹੀ ਨੇ। ਬਰਾਬਰ ਹੀ ਨੇ। ਜ਼ਬਰਦਸਤ ਸੋਹਣੀ। ਚੌਥੇ ਸੂਏ ਸੋਣਾ ਜ਼ਬਰਦਸਤ ਜੀ। ਪਹਿਲੇ ਸੂਏ ਅਸਾਂ ਲਿਆਂਦੀ ਸੀ, ਮਾਸ਼ਾਅੱਲਾ। ਹਾਂ, ਜ਼ਬਰਦਸਤ। ਇਹ ਕਿਹੜੇ ਇਲਾਕੇ ਦੀਆਂ ਮੱਝਾਂ ਨੇ ਜ਼ਿਆਦਾਤਰ? ਇਹ ਜ਼ਿਆਦਾ ਉਧਰ ਹੀ ਸਾਹੀਵਾਲ, ਨੀਲੀ ਰਾਵੀ, ਮੁਖਤਲਿਫ ਇਲਾਕਿਆਂ ਚ ਫੇਰ ਕੇ ਲਿਆਵੇ ਦੀਆਂ। ਠੀਕ ਹੈ। ਹਾਂ, ਇੱਥੇ ਦੀ ਇੱਕ ਵੀ ਨਹੀਂ ਮੱਝ। ਕਿੰਨੀਆਂ ਮੱਝਾਂ ਚ ਕਿੰਨੇ ਸੰਡੇ ਰੱਖੇ ਜੇ? ਇੱਕ ਹੀ ਸੰਡਾ ਸਾ ਰੱਖਿਆ, ਖੁੱਲਾ ਮਾਲ ਹੁੰਦਾ, ਇੱਕ ਵੀ ਬਹੁਤ ਜ਼ਿਆਦਾ। ਅੱਛਾ। ਹਾਂ, ਇਹ ਛੋਟੀਆਂ ਸਾਡੀਆਂ ਘਰ ਦੀਆਂ ਰਲੀਆਂ ਵਿੱਚ ਦੋ। ਠੀਕ ਹੈ। ਟੋਟਲ ਮੱਝਾਂ ਕਿੰਨੀਆਂ ਨੇ? ਮੱਝਾਂ 32 ਮੱਝਾਂ ਨੇ, ਮਾਸ਼ਾਅੱਲਾ ਜੀ। ਛੋਟੇ ਮੋਟੇ ਪਾ ਕੇ ਤੇ 50 ਦੇ ਕਰੀਬ ਹੋਣੇ। ਨਹੀਂ, 65-70 ਡੰਗਰ ਨੇ ਛੋਟੇ। ਜ਼ਬਰਦਸਤ ਮਾਸ਼ਾਅੱਲਾ। ਅੱਛਾ, ਝੋਟੇ ਦੀ ਕੋਈ ਖਾਸ ਪਹਿਚਾਨ ਹੁੰਦੀ ਹੈ ਕਿ ਇਹ ਝੋਟਾ ਜਿਹੜਾ ਨਾ ਅੱਛਾ ਹੈ? ਝੋਟੇ ਦੀ ਪਹਿਚਾਨ ਥੱਲੀ ਹੀ ਹੈ, ਜਿਹੜਾ ਬੰਦਾ ਰੱਖਦਾ ਉਹਨੂੰ ਤੇ ਵੇਂਦਾ ਸਾਲ ਨਜ਼ਰ ਆ ਜਾਏ ਝੋਟੇ ਦੀ। ਬਿਲਕੁਲ ਜ਼ਬਰਦਸਤ ਖਾਸ ਪਹਿਚਾਨ ਤੇ ਕਹਿੰਦੇ ਇਹਨਾਂ ਦੀ ਆਂਡਾ ਅਲੱਗ-ਅਲੱਗ ਹੋਣੀ ਚਾਹੀਦੀਆਂ ਨੇ ਔਰ ਬਰਾਬਰ ਹੋਣੀ ਚਾਹੀਦੀਆਂ ਨੇ। ਜਿਹੜਾ ਮੱਝ ਦੇ ਥਣ ਹੁੰਦੇ ਨੇ ਇੰਜ ਹੋਣੀਆਂ ਚਾਹੀਦੀਆਂ। ਜ਼ਬਰਦਸਤ। ਇੱਕ ਮੈਨੂੰ ਕੁਝ ਟੱਕਰਿਆ, ਕਹਿੰਦੇ ਆਂਡਾ ਅਲੱਗ ਹੋਣ ਤੇ ਬਰਾਬਰ ਹੋਣ ਤੇ ਫੇਰ ਹੀ ਥਣ ਬਰਾਬਰ ਹੁੰਦੇ ਨੇ। ਦੂਜੇ ਨੰਬਰ ਤੇ ਇਹ ਚੀਜ਼ ਇਹਨਾਂ ਦੀ ਸਿੰਘ ਦਾ ਕੁੰਡਾ ਹੋਣਾ ਚਾਹੀਦਾ। ਅੱਛਾ। ਕੰਡ ਬਰਾਬਰ ਹੋਵੇ, ਪੁੱਠਾ ਖੁੱਲਾ ਹੋਵੇ, ਕੱਦਾਵਾਰ ਹੋਵੇ। ਜ਼ਬਰਦਸਤ। ਚੌਗਾ ਮੂੰਹ ਅਸਾਂ ਖੁਦ ਜਾ ਕੇ ਸਾਈ ਵਾਰ। ਠੀਕ ਹੈ। ਉਹ ਮਾਰੀ ਨਾ ਭਾਈ। ਠੀਕ ਹੋ ਗਿਆ। ਜ਼ਬਰਦस्त सर, बहुत शुक्रिया अंसर भाई।
ਤੁਹਾਡੇ ਕੋਲ ਮਾਲੂਮਾਤ ਲੈ ਕੇ ਬੜਾ ਮਜ਼ਾ ਆਇਆ ਹੈ। ਅਸੀਂ ਤੁਹਾਨੂੰ ਬੇਸ਼ੁਮਾਰ ਗੱਲਾਂ ਪੁੱਛੀਆਂ ਨੇ, ਕੋਈ ਐਸੀ ਗੱਲ ਜਿਹੜੀ ਸਾਨੂੰ ਪੁੱਛਣੀ ਚਾਹੀਦੀ ਸੀ ਅਸੀਂ ਨਹੀਂ ਪੁੱਛੀ। ਆਪਣੀ ਤਰਫੋਂ ਨਾਜ਼ਰੀਨ ਨੂੰ ਦੱਸੋ, ਤੋਹਫਾ ਤਨ ਨਵੇਂ ਵੇਖਣ ਵਾਲੇ ਹਜ਼ਰਾਤ ਵਾਸਤੇ ਤੋਹਫਾ ਬਣ ਜਾਏ। ਜਿਹੜਾ ਮਾਲ ਖੁੱਲਾ ਹੁੰਦਾ ਹੈ ਉਹਦੇ ਵਿੱਚ ਸੰਡਾ ਹੋਵੇ, ਮਾਲ ਪਛੜਾ ਵੇਚਿਆ ਨੁਕਸਾਨ ਹੁੰਦਾ। ਠੀਕ ਹੈ। ਜਦੋਂ ਮੱਝ ਨਾ ਬਣੇ ਵੇਚੀ ਨਾਰਮਲ ਮੱਝ 2.5 ਲੱਖ ਰੁਪਏ ਦੀ ਹੁੰਦੀ ਹੈ। ਠੀਕ ਹੈ। ਜਦੋਂ ਵੇਚਦੀ 80,000 ਦੀ ਵੇਚਦੀ ਹੈ, ਉਹ ਕਿੰਨਾ ਨੁਕਸਾਨ ਕਰਕੇ ਗਈ। ਦੁੱਧ ਤੇ ਵੇਚਿਆ ਉਹ ਕਿਸੇ ਲਾ ਲਏ ਹੁੰਦੇ ਨੇ ਪੈਸੇ ਜ਼ਰੂਰਤਾਂ ਨਾਲ। ਜ਼ਬਰਦਸਤ। ਤੇ ਜਦੋਂ ਡੰਗਰ ਜਾਂਦਾ ਫਿਰ ਨੁਕਸਾਨ ਨਹੀਂ ਰਲਦਾ। ਠੀਕ ਹੈ। ਖੁੱਲਾ ਮਾਲ ਹੋਵੇ, ਅਸੀਂ ਅਕਸਰ ਜਾ ਕੇ ਚੌਥੇ ਪੰਜਵੇਂ ਮਹੀਨੇ ਮੱਝਾਂ ਚੈੱਕ ਕਰਾਉਂਦੇ ਆ, ਸਾਨੂੰ ਨਹੀਂ ਪਤਾ ਲੱਗਦਾ ਰਾਤ ਨੂੰ ਨਵੀਆਂ ਹੋ ਜਾਂਦੀਆਂ ਨੇ ਜਾਂ ਦਿਨੇ ਹੋ ਗਏ ਨੇ, ਸਾਨੂੰ ਨਹੀਂ ਪਤਾ ਲੱਗਦਾ। ਜਦੋਂ ਚੈੱਕ ਕਰਾਉਂਦੇ ਆ ਡਾਕਟਰ ਕੋਲ, ਫਿਰ ਕਈ ਮੱਝਾਂ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਵੀ ਸੋਨਾ ਹੀ ਨਿਕਲ ਪੈਂਦੀਆਂ। ਜ਼ਬਰਦਸਤ ਜ਼ਬਰਦਸਤ। ਤੇ 8 ਤੋਂ 9 ਮਹੀਨੇ ਸਾਡੀ ਮੱਝ ਜਿਹੜੀ ਸਾਡੇ ਕੋਲ ਤਕਰੀਬਨ 8 ਮਹੀਨੇ ਪੱਕਾ ਦੁੱਧ ਦਿੰਦੀ ਹੈ। ਠੀਕ ਹੈ। ਅੱਗੇ ਜੇ ਕੋਈ ਡੰਗ ਅਸੀਂ 2 ਮਹੀਨੇ ਘੱਟ ਮੱਝ ਛੱਡਨੇ ਆ, 2 ਮਹੀਨੇ ਤਕਰੀਬਨ ਛੱਡੀ ਦੀ ਹੈ। ਠੀਕ ਹੈ। ਟੀਕਾ ਲਾ ਕੇ ਵੀ ਅਸੀਂ ਚੋਂਦੇ ਰਹਿੰਦੇ, ਅਸੀਂ ਮੱਝਾਂ ਨੂੰ ਤੇਲ ਦਿੰਨੇ ਆ। ਠੀਕ ਹੈ। ਮੱਝਾਂ ਦੁੱਧ ਉਸ ਤਰ੍ਹਾਂ ਪੀਆਂ ਦਿੰਦੀਆਂ ਨੇ, ਐਂਡ ਤੇ ਜਾ ਕੇ ਥੋੜਾ ਜਿਹਾ ਘਟਾਉਂਦੀਆਂ ਨੇ, ਫਿਰ ਵੀ 6-7 ਕਿਲੋ ਦੁੱਧ ਪਈਆਂ ਚੁਆਉਂਦੀਆਂ ਨੇ। ਕਮਾਲ ਹੈ ਸਰ, ਕਮਾਲ। ਤੇ 6 ਕਿਲੋ ਮੱਝ ਚੁਆਏ ਤਾਂ ਆਪਣੇ ਖਰਚੇ ਤੇ ਡਾਊਨ ਨਹੀਂ ਨਾ ਹੁੰਦੀ।